ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜਿਤ ਮੈਂ ਸਤਿਗੁਰੂ ਮਿਲਿਆ, ਸਫਲ ਦਰਸ਼ਨ ਨੇਤਰ ਪੇਖਤ ਤਰਿਆ। ਧੰਨ ਮੂਰਤ ਚਸੇ ਪਲ ਘੜੀਆਂ, ਧੰਨ ਸੋਏ ਸੰਜੋਗਾ ਜੀਓ। ਕੱਤਕ ਦੇ ਮਹੀਨੇ ਨੂੰ ਆਧਾਰ ਬਣਾ ਕਰਕੇ ਗੁਰੂ ਸਾਹਿਬ ਸਾਨੂੰ ਅੱਜ ਸੰਦੇਸ਼ ਦੇ ਰਹੇ ਹਨ। ਕੱਤਕ ਕਰਮ ਕਮਾਵਨੇ, ਦੋਸ਼ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ। ਵੇਮੁਖ ਹੋਏ ਰਾਮ ਤੇ, ਲੱਗਨ ਜਨਮ ਵਿਜੋਗ। ਖਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ਼। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਕੱਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਕੱਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਗੁਰੂ ਸਾਹਿਬ ਅੱਜ ਕੱਤਕ ਦਾ ਜੋ ਮਹੀਨਾ, ਇਹ ਮਹੀਨਾ ਮੌਸਮ ਕਰਕੇ ਬੜੇ ਖੇੜੇ ਅਤੇ ਉਮੰਗ ਵਾਲਾ ਮਹੀਨਾ ਹੁੰਦਾ ਹੈ। ਹਰ ਪਾਸੇ ਤਿਆਰ ਫਸਲਾਂ ਘਰ ਆ ਰਹੀਆਂ ਹੁੰਦੀਆਂ ਅਤੇ ਨਵੀਂ ਬਿਜਾਂਦ ਦਾ ਵੀ ਇਹ ਬੜਾ ਸਹੀ ਮੌਕਾ ਹੈ। ਫਸਲਾਂ ਨੂੰ ਬਿਜਾਉਣ ਦੀ ਤਿਆਰੀ ਚੱਲ ਰਹੀ ਹੁੰਦੀ ਹੈ। ਇਹ ਬਨਸਪਤੀ ਸਰਦ ਰਿਤੂ ਨੂੰ ਜੀ ਆਇਆਂ ਕਹਿੰਦੀ, ਆਪਣੀ ਮਹਿਕ ਇਸ ਸਾਰੀ ਕੁਦਰਤੀ ਫਿਜ਼ਾ ਦੇ ਵਿੱਚ ਫੈਲਾ ਰਹੀ ਹੁੰਦੀ ਹੈ। ਇਸ ਦਾ ਪ੍ਰਤੱਖ ਅਨੁਭਵ ਸਵੇਰੇ ਸਵੇਰੇ ਜਿਸ ਵੇਲੇ ਮੌਸਮ ਉੱਤੇ ਪ੍ਰਦੂਸ਼ਣ ਦੀ ਮਾਰ ਘੱਟ ਹੁੰਦੀ ਹੈ, ਉੱਠਣ ਵਾਲੇ, ਚੱਲ ਕੇ ਸੰਗਤ ਵਿੱਚ ਆਉਣ ਵਾਲੇ, ਸੈਰ ਕਰਨ ਲਈ ਜਾਣ ਵਾਲੇ ਜਾਂ ਹੋਰ ਸਦਕਰਮਾਂ ਲਈ ਘਰੋਂ ਨਿਕਲੇ ਹੋਏ ਪ੍ਰਾਣੀ ਇਹ ਕੁਦਰਤੀ ਸੁੱਖ ਮਹਿਸੂਸ ਕਰਦੇ ਹਨ। ਪਰ ਜਿਨ੍ਹਾਂ ਦੇ ਭਾਗਾਂ ਵਿੱਚ ਆਪਣੇ ਹੀ ਆਲਸ ਕਰਕੇ, ਦਰਿਦਰਤਾ ਕਰਕੇ ਜਾਂ ਹੋਰ ਕੋਈ ਐਸੇ ਬਾਹਰੀ ਕਾਰਨਾਂ ਕਰਕੇ ਇਹ ਸਵੇਰ ਦਾ ਉੱਠਣਾ, ਇਹ ਕੁਦਰਤੀ ਫਿਜ਼ਾ ਦਾ ਆਨੰਦ ਪ੍ਰਾਪਤ ਨਹੀਂ ਹੁੰਦਾ, ਇਹ ਤਾਂ ਫਿਰ ਉਹਨਾਂ ਦੇ ਆਪਣੇ ਭਾਗ ਹਨ। ਇਹ ਅਕਸਰ ਵੇਖਿਆ ਕਿ ਸਵੇਰੇ ਉੱਠ ਕੇ ਇਸ਼ਨਾਨ ਕਰਨ ਵਾਲੇ, ਸੰਗਤ ਵਿੱਚ ਜਾਣ ਵਾਲੇ, ਸੈਰ ਕਰਨ ਵਾਲੇ, ਇਹ ਲੋਕ ਅਕਸਰ ਨਿਰੋਗ ਵੀ ਰਿਹਾ ਕਰਦੇ ਹਨ। ਇਸ ਫਿਜ਼ਾ ਨੂੰ ਧਿਆਨ ਵਿੱਚ ਲਿਆਂਦੇ ਹੋਏ ਗੁਰੂ ਸਾਹਿਬ ਕੱਤਕ ਦੀ ਸਟੇਜ ਤੋਂ ਸਾਨੂੰ ਅੱਜ ਸੰਦੇਸ਼ ਦੇ ਰਹੇ ਹਨ। ਕੱਤਕ ਕਰਮ ਕਮਾਵਨੇ, ਦੋਸ਼ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ। ਹੇ ਪ੍ਰਾਣੀ, ਤੇਰੇ ਕਿੰਨੇ ਚੰਗੇ ਭਾਗ ਹਨ। ਮਨੁੱਖਾ ਜੀਵਨ ਅਤੇ ਸਵਸਥ ਸਰੀਰ ਤੈਨੂੰ ਮਿਲਿਆ ਹੈ। ਹਰ ਪਾਸੇ ਤੇਰੇ ਕੋਲ ਗੁਰਮਤਿ ਦੀ ਸਿੱਖਿਆ ਹੈ, ਜਿਸ ਨਾਲ ਤੂੰ ਚੰਗਾ ਤੇ ਮਾੜਾ ਸਮਝਣ ਦੀ ਤਾਕਤ ਰੱਖਦਾ ਹੈ। ਤੈਨੂੰ ਸਾਰੀ ਸਮਝ ਆਉਂਦੀ ਹੈ। ਇਹ ਸਭ ਕੁਝ ਹੁੰਦੇ ਹੋਏ ਵੀ ਜੇ ਤੂੰ ਗੁਰੂ ਦੀ ਸਿੱਖਿਆ ਤੋਂ ਮੂੰਹ ਮੋੜ ਕੇ ਰੱਖਦਾ ਹੈ,
ਗੁਰੂ ਦੀ ਸਿੱਖਿਆ ਦਾ ਧਾਰਨੀ ਨਹੀਂ ਹੁੰਦਾ, ਪ੍ਰਭੂ ਦੇ ਗੁਣ ਗਾਏ ਨਹੀਂ ਕਰਦਾ, ਫਿਰ ਇਹ ਤੇਰੇ ਆਪ ਦੇ ਹੀ ਕੀਤੇ ਹੋਏ ਕਰਮ ਹਨ ਜੋ ਤੇਰੇ ਅੱਗੇ ਆ ਰਹੇ ਹਨ। ਸੋ ਗੁਰੂ ਸਾਹਿਬ ਚੰਗੇ ਕਰਮ ਕਰਨ ਦੀ ਇੱਥੇ ਪ੍ਰੇਰਨਾ ਦੇ ਰਹੇ ਹਨ, ਔਰ ਗੁਰੂ ਦੀ ਸਿੱਖਿਆ ਤੋਂ ਜੋ ਵਾਂਝੇ ਹੋਏ ਹਨ ਉਹਨਾਂ ਵਾਸਤੇ ਗੁਰੂ ਸਾਹਿਬ ਕਹਿ ਰਹੇ ਹਨ, ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਜੇ ਪਰਮਾਤਮਾ ਤੋਂ ਮੁੱਖ ਮੋੜੀ ਰੱਖੇਗਾ, ਭਾਵ ਗੁਰੂ ਦੀ ਸਿੱਖਿਆ ਨੂੰ ਅਣਗੌਲਿਆ ਕਰਦਾ ਰਹੇਗਾ, ਤਾਂ ਮਨ ਵਿੱਚ ਸ਼ਾਂਤੀ ਤ੍ਰਿਪਤੀ ਨਹੀਂ ਆਵੇਗੀ। ਇੰਜ ਵਿਆਕੁਲ ਹੋਵੇਗਾ ਜਿਵੇਂ ਆਪਣੇ ਪਿਆਰੇ ਤੋਂ ਜਨਮਾਂ ਦਾ ਵਿਛੋੜਾ ਪਿਆ ਹੋਵੇ। ਸਰੀਰ ਦੇ ਬਹੁਤੇ ਰੋਗਾਂ ਦਾ ਕਾਰਨ ਮਨ ਦੀ ਬੇਚੈਨੀ ਹੀ ਹੁੰਦੀ ਹੈ। ਇਹ ਬੇਚੈਨੀ ਗੁਰੂ ਬਖਸ਼ੀ ਜੀਵਨ ਜਾਚ ਨਾਲ ਹੀ ਦੂਰ ਹੁੰਦੀ ਹੈ। ਜੇ ਗੁਰੂ ਸਾਹਿਬ ਦੇ ਬਖਸ਼ੇ ਹੋਏ ਗਿਆਨ ਦੀ ਵਰਤੋਂ ਜੀਵਨ ਵਿੱਚ ਨਹੀਂ ਕਰੇਗਾ ਤਾਂ ਦੁਖੀ ਤਾਂ ਹੋਣਾ ਹੀ ਪਵੇਗਾ। ਲਗਨ ਜਨਮ ਵਿਜੋਗ, ਹਰ ਤਰ੍ਹਾਂ ਦੇ ਰੋਗ ਪ੍ਰਾਣੀ ਨੂੰ ਘੇਰ ਲੈਂਦੇ ਹਨ। ਗੁਰੂ ਸਾਹਿਬ ਦੱਸਦੇ ਹਨ ਕਿ ਇਸ ਹਾਲਤ ਦੇ ਵਿੱਚ ਖਿਨਮੈ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ। ਮਾਇਆ ਦੇ ਜਿੰਨੇ ਵੀ ਰੂਪ ਤੂੰ ਵੇਖਦਾ ਹੈ, ਸੁੱਖ ਰੂਪ ਤੂੰ ਵੇਖਦਾ ਹੈ, ਜਿਵੇਂ ਪਰਿਵਾਰ ਦਾ ਸੁੱਖ, ਭੌਤਿਕ ਵਸਤੂਆਂ ਦੀ ਪ੍ਰਾਪਤੀ ਦਾ ਸੁੱਖ, ਵਿਲਾਸਤਾ ਦੇ ਭੋਗ, ਦੁਨਿਆਵੀ ਵੈਭਵਤਾ, ਇੱਥੋਂ ਤੱਕ ਕਿ ਰਾਜ ਭਾਗ ਦਾ ਸੁੱਖ, ਹੁਕਮ ਚਲਾਉਣ ਦਾ ਸੁੱਖ, ਵਸਤੂਆਂ ਨੂੰ ਭੋਗਣ ਦਾ ਸੁੱਖ ਤੇ ਵਸਤੂਆਂ ਨੂੰ ਤਿਆਗਣ ਦਾ ਸੁੱਖ, ਇਹ ਸਾਰੇ ਸੁੱਖ ਗੁਰੂ ਸਾਹਿਬ ਕਹਿੰਦੇ ਕਿ ਪਰਮਾਤਮਾ ਦੀ ਸਿੱਖਿਆ 'ਤੇ ਨਹੀਂ ਚੱਲਦਾ, ਭਾਵ ਸਹੀ ਆਚਰਣ ਸਦ ਕਰਮ ਨਹੀਂ ਕਰਦਾ, ਇਹ 1 ਮਿੰਟ ਵਿੱਚ ਕੀ ਖਿੰਨ ਵਿੱਚ ਹੀ ਕੋੜੇ ਹੋ ਜਾਂਦੇ ਹੈ, ਚੰਗੇ ਨਹੀਂ ਲੱਗਦੇ। ਕਿ ਸੁੰਦਰ ਸੇਜ ਅਨੇਕ ਸੁਖ ਰਸ ਭੋਗਨ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ, ਮੋਤੀ ਹੀਰੇ ਮਨ ਇੱਛੇ ਸੁਖ ਮਾਣਦਾ, ਕਿਛ ਨਾਹੀਂ ਵਿਸੂਰੇ, ਸੋ ਪ੍ਰਭ ਚਿਤ ਨ ਆਵਣੀ, ਵਿਸ਼ਟਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਪ੍ਰਭੂ ਦੇ ਨਾਮ ਤੋਂ ਬਿਨਾਂ ਮਨ ਦੇ ਵਿੱਚ ਸ਼ਾਂਤੀ ਨਹੀਂ ਆਉਂਦੀ। ਅਤੇ ਅੱਜ ਸਾਰੀ ਦੁਨੀਆ ਜਾਣਦੀ ਹੈ ਕਿ ਮਨੁੱਖ ਦੀ ਪਰੇਸ਼ਾਨੀ ਦਾ, ਦੁੱਖਾਂ ਦਾ ਕਾਰਨ ਚਿੰਤਾ ਹੈ, ਜਿਹਨੂੰ ਇੰਗਲਿਸ਼ ਆਪਾਂ ਟੈਨਸ਼ਨ ਕਹਿ ਦਿੰਦੇ ਹਾਂ। ਦਸਮ ਪਿਤਾ ਵੀ ਪ੍ਰਭੂ ਨਾਲੋਂ ਵਿਛੜੇ ਹੋਏ ਪ੍ਰਾਣੀ ਦੀ ਗੱਲ ਕਰਦੇ ਹਨ ਕਿ ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਗੁਰੂ ਸਾਹਿਬ ਅੱਜ ਕੱਤਕ ਦੀ ਸਟੇਜ ਤੋਂ ਸਾਨੂੰ ਸੰਗਤ ਵਿੱਚ ਵਿਚਰ ਕੇ ਉਸ ਅਕਾਲ ਪੁਰਖ ਦੇ ਗੁਣ ਯਾਦ ਕਰਨ ਦੀ ਪ੍ਰੇਰਨਾ ਕਰ ਰਹੇ ਹਨ, ਔਰ ਇਹ ਗੱਲ ਸਾਨੂੰ ਸਮਝਾ ਰਹੇ ਹਨ ਕਿ ਇਹ ਪ੍ਰੇਰਨਾ, ਇਹ ਕੰਮ ਤੈਨੂੰ ਆਪ ਹੀ ਕਰਨੇ ਪੈਣੇ ਆ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼। ਇਹ ਆਪਣੇ ਕੀਤੇ ਹੋਏ ਕਰਮਾਂ ਕਰਕੇ ਪੈਦਾ ਹੋਏ ਦੁੱਖਾਂ ਦੇ ਨਿਬੇੜੇ ਲਈ ਅਤੇ ਪ੍ਰਭੂ ਦੇ ਮਿਲਾਪ ਦੇ ਆਨੰਦ ਲਈ ਤੈਨੂੰ ਯਤਨ ਆਪ ਹੀ ਕਰਨੇ ਪੈਣੇ ਹਨ। ਅੱਜ ਕੱਲ੍ਹ ਕੁਛ ਧਰਮਾਵਲੰਬੀਆਂ ਨੇ ਠੇਕੇ 'ਤੇ ਕੰਮ ਲੈ ਕਰਕੇ, ਅਸੀਂ ਇਹ ਕਹੀਏ, ਨਾਮ ਜਾਪ ਵੀ ਕਰਦੇ ਨੇ, ਪਾਠ ਵੀ ਕਰਾਉਂਦੇ ਨੇ, ਕਿਰਿਆ ਕਰਮ ਵੀ ਕਰਾਉਂਦੇ ਨੇ, ਪਰ ਮੇਰੇ ਗੁਰੂ ਸਾਹਿਬ ਵਰਜਿਤ ਕਰ ਰਹੇ ਹਨ। ਕਹਿਣ ਲੱਗੇ ਵਿੱਚ ਨਾ ਕੋਈ ਕਰ ਸਕੈ ਕਿਸ ਥਾਂ ਰੋਵੈ ਰੋਜ਼। ਕਿਹਦੇ ਕੋਲ ਜਾ ਜਾ ਕਰਕੇ ਇਹ ਫੋਕਟ ਕਿਰਿਆ ਕਰਮਾਂ ਦੇ ਆਸਰੇ ਤੂੰ ਚੱਲਣਾ ਚਾਹੁੰਦਾ ਹੈ। ਆ ਹੁਣੇ ਹੀ ਪਿੱਛੇ ਆਪਾਂ ਸ਼ਰਧਾ ਵਿੱਚ ਬੜਾ ਵੱਡਾ ਇਹਦਾ ਰੂਪ ਵੇਖਿਆ। ਗੁਰੂ ਸਾਹਿਬ ਕਹਿੰਦੇ ਜੇ ਮੁਹਾਕਾ ਘਰ ਮੂੰਹ ਹੈ, ਘਰ ਮੂੰਹ ਹੈ ਪਿਤਰੀ ਦੇ, ਅੱਗੇ ਵਸ ਸੰਜਾਨੀ ਹੈ, ਪਿਤਰੀ ਚੋਰ ਕਰੇ, ਵੱਡੀ ਹੈ ਹੱਥ ਦਲਾਲ ਕੇ, ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੇ, ਜੇ ਖੱਟੇ ਕਾਲੇ ਦੇ। ਇੱਥੇ ਤਾਂ ਦਲਾਲਾਂ ਦੇ ਹਾਲਾਤ ਤਾਂ ਇਹ ਹੈ, ਗੁਰੂ ਸਾਹਿਬ ਕਹਿਣਗੇ ਇਹਨਾਂ ਦੇ ਤਾਂ ਹੱਥ ਵੱਢੇ ਜਾਣੇ।
ਸੋ ਇਹ ਗੱਲ ਚੇਤੇ ਰੱਖ ਕਿ ਤੈਨੂੰ ਅਸਲ ਦੁੱਖ ਆਪਣੇ ਮਨ ਦੇ ਮਗਰ ਲੱਗਣ ਕਰਕੇ, ਮਨਮੁਖ ਪੁਣੇ ਦੇ ਸੁਭਾਅ ਕਰਕੇ ਹੈ। ਜੇ ਗੁਰੂ ਦੀ ਸਿੱਖਿਆ ਤੋਂ ਬਿਨਾਂ ਅਗਿਆਨਤਾ ਕਰਕੇ ਤੂੰ ਦੁਖੀ ਹੈ, ਔਰ ਇਹ ਅਗਿਆਨਤਾ ਨੂੰ ਦੂਰ ਕਰਨ ਲਈ ਤੈਨੂੰ ਯਤਨ ਆਪ ਹੀ ਕਰਨੇ ਪੈਣੇ ਹਨ। ਕੀਤਾ ਕਛੂ ਨਾ ਹੋਵੇ, ਕੀਤਾ ਕਿਛੂ ਨਾ ਹੋਵੇ, ਲਿਖਿਆ ਧੁਰ ਸੰਜੋਗ। ਗੁਰੂ ਸਾਹਿਬ ਸਾਨੂੰ ਦ੍ਰਿੜ ਕਰਾ ਰਹੇ ਹਨ ਕਿ ਇਹ ਇੱਕ ਅਟਲ ਨਿਯਮ ਹੈ। ਕਿਹੜਾ? ਜੋ ਪਾਵੈ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਇਹ ਅਟਲ ਨਿਯਮ ਹੈ ਕਿ ਜਿਹਾ ਕਰਮ ਤਿਹਾ ਫਲ। ਇਹ ਸੰਜੋਗ ਤੁਰਦਾ ਹੀ ਬਣਿਆ ਹੋਇਆ ਹੈ। ਭਾਵ ਪਰਮਾਤਮਾ ਦਾ ਅਟਲ ਨਿਯਮ ਹੈ ਜਿਸ ਨੂੰ ਟਾਲਿਆ ਨਹੀਂ ਜਾ ਸਕਦਾ। ਮਤ ਕੋ ਜਾਣੈ ਜਾਏ ਆਗੇ ਆਗੇ ਪਾਏ ਸੀ, ਜਿਹਾ ਕਰਮ ਕਮਾਏ ਤਿਹਾ ਹੋਏ ਸੀ, ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ। ਸੋ ਪ੍ਰਭੂ ਦੇ ਇਸ ਨਿਯਮ ਨੂੰ ਟਾਲਿਆ ਨਹੀਂ ਜਾ ਸਕਦਾ, ਔਰ ਇਸ ਦਾ ਇੱਕੋ ਇੱਕ ਇਲਾਜ ਹੈ ਕਿ ਆਪ ਹੀ ਕਰਮ ਕਰਨੇ ਪੈਣੇ ਹਨ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਵੱਡੇ ਭਾਗਾਂ ਕਰਕੇ ਤੈਨੂੰ ਸਰੀਰ ਵੀ ਮਿਲਿਆ, ਤੈਨੂੰ ਗੁਰੂ ਦੀ ਸਿੱਖਿਆ ਵੀ ਮਿਲੀ, ਔਰ ਇਹ ਤੇਰੇ ਵੱਡੇ ਭਾਗ ਹਨ ਕਿ ਤੈਨੂੰ ਗੁਰੂ ਚੇਤੇ ਆ ਰਿਹਾ ਹੈ, ਗੁਰੂ ਦੀ ਲਾਈਨ 'ਤੇ ਤੂੰ ਚੱਲਣਾ ਕਰ ਰਿਹਾ ਹੈ। ਤੋ ਵੱਡੇ ਭਾਗਾਂ ਵੱਲ ਨਾਲ ਇਹ ਸਾਰੇ ਵਿਯੋਗ ਭਾਵ, ਇਹ ਦੁੱਖ, ਇਹ ਵਿਛੋੜਾ ਸਾਰਾ ਹੀ ਦੂਰ ਹੋ ਜਾਂਦਾ ਹੈ। ਗੁਰੂ ਸਾਹਿਬ ਇਹ ਵਿਛੋੜੇ ਨੂੰ ਦੂਰ ਕਰਨ ਦੀ ਰਮਜ ਦੱਸ ਰਹੇ ਹਨ ਕਿ ਕਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਕਤਕ ਨੂੰ ਆਧਾਰ ਬਣਾ ਕਰਕੇ ਕਤਕ ਦੀ ਸਟੇਜ ਤੋਂ ਗੁਰੂ ਸਾਹਿਬ ਆਪਣੇ ਆਪ ਨੂੰ ਸੰਬੋਧਿਤ ਹੁੰਦੇ ਹੋਏ ਸਾਨੂੰ ਸੰਦੇਸ਼ ਦੇ ਰਹੇ ਹਨ ਕਿ ਗੁਰੂ ਪਿਆਰਿਆਂ ਦੀ ਸੰਗਤ ਕਰਨੀ ਕਰ, ਸੰਗਤ ਵਿੱਚ ਜਾ, ਗੁਰੂ ਦੀ ਗੱਲ ਸੁਣ। ਕਿਛ ਸੁਣੀ ਹੈ, ਕਿਛ ਕਹੀ ਹੈ, ਕੁਛ ਸੁਣਾ। ਅਤੇ ਇਸ ਤਰੀਕੇ ਨਾਲ ਇਹ ਜਿਹੜੇ ਵਿਯੋਗ ਨੇ ਇਹ ਸਾਰੇ ਦੂਰ ਹੋ ਜਾਣਗੇ। ਸੋ ਅੱਜ ਕੱਤਕ ਦੇ ਮਹੀਨੇ ਤੋਂ ਗੁਰੂ ਸਾਹਿਬ ਸਾਨੂੰ ਸੰਦੇਸ਼ ਦੇ ਰਹੇ ਹਨ ਕਿ ਕੱਤਕ ਦੇ ਵਿੱਚ ਇਹ ਗੱਲ ਚੇਤੇ ਰੱਖ ਕਿ ਇਹ ਸੰਦੇਸ਼ ਕੇਵਲ ਕੱਤਕ ਦੇ ਮਹੀਨੇ ਤੱਕ ਹੀ ਸੀਮਤ ਨਹੀਂ ਹੈ, ਇਹ ਸਰਬਕਾਲਿਕ ਸੰਦੇਸ਼ ਹੈ। ਪਰ ਸਟੇਜ ਗੁਰੂ ਸਾਹਿਬ ਕੱਤਕ ਦੀ ਵਰਤ ਰਹੇ ਹਨ। ਜਿਸ ਸਟੇਜ ਤੋਂ ਗੱਲ ਚਲੇ ਉਸ ਸਟੇਜ ਦੇ ਮਾਲਕ ਦਾ ਨਾਮ ਆਇਆ ਹੀ ਕਰਦਾ ਹੈ। ਸੋ ਗੁਰੂ ਸਾਹਿਬ ਇਸ ਸਟੇਜ ਦੇ ਮਾਲਕ ਦਾ ਨਾਮ ਲੈ ਕਰਕੇ ਸਾਨੂੰ ਸਰਬਕਾਲਿਕ ਇਹ ਸੰਦੇਸ਼ ਬਖਸ਼ ਰਹੇ ਹਨ ਕਿ ਕੱਤਕ ਹੋਵੈ ਸਾਧ ਸੰਗ ਬਿਨਸੈ ਸਭੇ ਸੋਚ। ਇਹ ਸਾਰੇ ਸੋਚ, ਇਹ ਸਾਰੇ ਸ਼ੰਕੇ ਦੂਰ ਹੋ ਜਾਣਗੇ। ਕਦੋਂ? ਜਦੋਂ ਤੂੰ ਸੰਗਤ ਵਿੱਚ ਆਏਗਾ ਅਤੇ ਨਾਮ ਸੁਣੇਗਾ ਅਤੇ ਨਾਮ ਸੁਣਾਏਗਾ। ਸੋ ਅੱਜ ਆਪਾਂ ਪ੍ਰਣ ਕਰੀਏ ਕਿ ਸੰਗਤ ਵਿੱਚ ਆਉਣਾ ਕਰੀਏ, ਔਰ ਸੰਗਤ ਵਿੱਚ ਆ ਕਰਕੇ ਉਸ ਪ੍ਰਭੂ ਦੀ ਵਿਚਾਰ ਕਰੀਏ। ਖਿਮਾ ਦਾ ਜਾਚਕ ਹਾਂ ਜੀ।